ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੋ ਧੰਨ ਗੁਰੂ ਸ਼ਾਬਾਸ ਹੈ, ਹਰ ਦੇ ਸਨੇਹਾ। ਹਉ ਵੇਖ ਵੇਖ ਗੁਰ ਵਿਗਸਿਆ, ਗੁਰ ਸਤਿਗੁਰ ਦੇਹਾ। ਗੁਰ ਰਸਨਾ ਅੰਮ੍ਰਿਤ ਬੋਲਦੀ, ਹਰ ਨਾਮ ਸੁਹਾਵੀ। ਜਿਨ ਸੁਣ ਸਿੱਖਾਂ ਗੁਰ ਮੰਨਿਆ, ਤਿਨਾ ਭੁੱਖ ਸਭ ਜਾਵੀ। ਜਿਹ ਮਾਇਆ ਮਮਤਾ ਤਜੀ, ਸਭ ਤੇ ਭਇਓ ਉਦਾਸ। ਕਹੋ ਨਾਨਕ ਸੁਨ ਰੇ ਮਨਾ, ਤਿਹ ਘਟ ਬ੍ਰਹਮ ਨਿਵਾਸ। ਕਹੋ ਨਾਨਕ ਸੁਨ ਰੇ ਮਨਾ, ਤਿਹ ਘਟ ਬ੍ਰਹਮ ਨਿਵਾਸ। ਪਰਮ ਸਨਮਾਨਯੋਗ ਕਲਯੁਗ ਕੇ ਬੋਹਿਥ ਸੁਖਾਂ ਦੇ ਸਾਗਰ, ਦਇਆ ਦੇ ਖਜ਼ਾਨੇ, ਨਾਮ ਦੇ ਦਾਤਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਸਾਧ ਸੰਗਤ ਜੀਓ। ਬੜੇ ਹੀ ਅਦਬ ਸਤਿਕਾਰ ਦੇ ਨਾਲ ਖਸਮ ਕੀ ਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕੀਤਾ। ਆਓ ਸਾਧ ਸੰਗਤ, ਜਿੱਥੇ ਕੀਰਤਨ ਦੇ ਵਿੱਚ ਬੜੇ ਪਿਆਰ ਦੇ ਨਾਲ ਹਾਜ਼ਰੀ ਲਵਾਈ ਹੈ, ਉੱਥੇ ਕੁਝ ਕੁ ਸਮਾਂ ਜੋ ਨਾਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਸ਼ਲੋਕਾਂ ਦੀ ਵਿਚਾਰ ਚੱਲ ਰਹੀ ਹੈ, ਉਸ ਵਿਚਾਰ ਨੂੰ ਅਗਾਂਹ ਤੋਰਦਿਆਂ ਹੋਇਆਂ ਜੋ ਅੱਜ ਦਾ 18th ਸ਼ਲੋਕ, ਜਿਹ ਮਾਇਆ ਮਮਤਾ ਤਜੀ, ਸਭ ਤੇ ਭਇਓ ਉਦਾਸ। ਕਹੋ ਨਾਨਕ ਸੁਨ ਰੇ ਮਨਾ, ਤਿਹ ਘਟ ਬ੍ਰਹਮ ਨਿਵਾਸ। ਰੱਬ ਕਿਹਦੇ ਅੰਦਰ ਪ੍ਰਗਟ ਹੁੰਦਾ ਹੈ, ਰੱਬ ਕਿਹਦੇ ਅੰਦਰ ਵਸਦਾ ਹੈ, ਇਹ ਭੇਦ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸ ਪਾਵਨ ਸ਼ਲੋਕ ਦੇ ਵਿੱਚ ਬਖਸ਼ਿਸ਼ ਕੀਤਾ। ਆਓ ਸਾਧ ਸੰਗਤ, ਇਸ ਪਾਵਨ ਸ਼ਲੋਕ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਦਸਮ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਰਹਿਮਤ ਬਖਸ਼ਿਸ਼ ਕੀਤੀ। ਗੁਰਬਾਣੀ ਦਾ ਅਥਾਹ ਸਾਗਰ ਸਾਡੀ ਝੋਲੀ ਦੇ ਵਿੱਚ ਪਾ ਦਿੱਤਾ, ਤਾਂ ਕਿ ਇਸ ਬਾਣੀ ਦੇ ਪਾਸੋਂ ਅਸੀਂ ਅਗਵਾਈ ਲੈ ਕੇ ਆਪਣੇ ਜੀਵਨ ਨੂੰ ਸਫਲ ਬਣਾ ਸਕੀਏ। ਤੇ ਜਦੋਂ ਸਤਿਗੁਰਾਂ ਦੀ ਬਾਣੀ ਨੂੰ ਪੜ੍ਹੀਏ ਤਾਂ ਪਾਤਸ਼ਾਹ ਜੀ ਬੜੀ ਪਿਆਰੀ ਗੱਲ ਸਮਝਾਉਂਦੇ ਨੇ। ਕਹਿੰਦੇ ਉਸ ਰੱਬ ਨੇ ਰਹਿਮਤ ਕੀਤੀ, ਇਹ ਸਰੀਰ ਸਾਜ ਦਿੱਤਾ। ਕੱਲਾ ਸਰੀਰ ਹੀ ਨਹੀਂ ਬਣਾਇਆ,
ਇਸ ਸਰੀਰ ਦੇ ਵਿੱਚ ਪਰਮਾਤਮਾ ਨੇ ਆਪਣਾ ਅੰਸ਼ ਰੱਖ ਦਿੱਤਾ, ਜਿਸ ਨੂੰ ਆਪਾਂ ਸਾਰੀ ਆਤਮਾ ਦੇ ਨਾਮ ਨਾਲ ਜਾਂ ਸੋਲ ਕਹਿ ਕੇ ਪੁਕਾਰਦੇ ਹਾਂ। ਤੇ ਇੱਥੇ ਇੱਕ ਗੱਲ ਸਪਸ਼ਟ ਹੋਈ ਕਿ ਜਿਹੜਾ ਸਾਡਾ ਜੀਵਨ ਹੈ, ਜਿਹੜੀ ਜ਼ਿੰਦਗੀ ਅਸੀਂ ਜਿਉਂਦੇ ਪਏ ਹਾਂ, ਇਹਦੇ ਦੋ ਹਿੱਸੇ ਨੇ। ਇੱਕ ਸਰੀਰ ਹੈ, ਇੱਕ ਆਤਮਾ ਹੈ। ਇਹਨਾਂ ਦੋਨਾਂ ਦਾ ਆਪਸ ਦੇ ਵਿੱਚ ਸੁਮੇਲ ਹੋਏਗਾ ਤੇ ਇੱਕ ਪੂਰਨ ਜੀਵਨ ਜਿਹੜਾ ਹੈ ਉਹ ਸਾਹਮਣੇ ਆਉਂਦਾ ਹੈ। ਸਰੀਰ ਹੋਵੇ ਵਿੱਚ ਆਤਮਾ ਨਾ ਹੋਏ, ਉਸ ਸਰੀਰ ਦੀ ਵੈਲਿਊ ਕੋਈ ਨਹੀਂ। ਆਤਮਾ ਨੂੰ ਵਿਚਰਨ ਦੇ ਵਾਸਤੇ ਸਰੀਰ ਦੀ ਜ਼ਰੂਰਤ ਹੈ। ਆਤਮਾ ਨਜ਼ਰ ਨਹੀਂ ਆਏਗੀ। ਆਤਮਾ ਨੂੰ ਪ੍ਰਗਟ ਹੋਣ ਦੇ ਲਈ ਸਰੀਰ ਦੀ ਜ਼ਰੂਰਤ ਹੈ। ਸਰੀਰ ਮਿਲੇਗਾ ਤੇ ਪਤਾ ਲੱਗੇਗਾ ਕਿ ਇਸ ਇਨਸਾਨ ਦੇ ਅੰਦਰ ਪਰਮਾਤਮਾ ਦਾ ਅੰਸ਼ ਆਤਮਾ ਵਸਦੀ ਪਈ ਹੈ, ਤਾਂ ਹੀ ਤਾਂ ਇਹ ਇਨਸਾਨ ਜਿਉਂਦਾ ਹੈ। ਸੋ ਸਰੀਰ ਹੈ ਤੇ ਆਤਮਾ ਹੈ। ਸਰੀਰ ਨੂੰ ਜਿਉਂਦੇ ਰਹਿਣ ਦੇ ਲਈ ਖੁਰਾਕ ਦੀ ਜ਼ਰੂਰਤ ਹੈ, ਭੋਜਨ ਦੀ ਜ਼ਰੂਰਤ ਹੈ। ਜੇ ਭੋਜਨ ਨਾ ਮਿਲੇ, ਕੁਝ ਦਿਨਾਂ ਬਾਅਦ ਹੀ ਇਸ ਸਰੀਰ ਦਾ ਅੰਤ ਹੋ ਜਾਏਗਾ, ਮੌਤ ਹੋ ਜਾਏਗੀ। ਭੋਜਨ ਤੋਂ ਬਿਨਾਂ ਸਰੀਰ ਰਹਿ ਨਹੀਂ ਸਕਦਾ। ਇਸੇ ਕਰਕੇ ਹੀ ਜਦੋਂ ਭਗਤ ਸਹਿਬਾਨ ਉਸ ਪਰਮਾਤਮਾ ਦੀ ਯਾਦ ਵਿੱਚ ਜੁੜੇ, ਭਗਤਾਂ ਨੇ ਉਸ ਰੱਬ ਦੇ ਨਾਲ ਆਪਣੇ ਮਨ ਨੂੰ, ਆਪਣੇ ਚਿੱਤ ਨੂੰ ਜੋੜਿਆ ਤੇ ਉਹ ਪਿਆਰ ਦੇ ਵਿੱਚ ਭਿੱਜ ਕੇ ਫਿਰ ਉਹਨਾਂ ਨੇ ਪਰਮਾਤਮਾ ਦੇ ਪਾਸੋਂ ਕੁਝ ਜ਼ਰੂਰੀ ਦਾਤਾਂ ਮੰਗੀਆਂ। ਭਗਤ ਧੰਨਾ ਜੀ ਦਾ ਵਚਨ ਪੜ੍ਹੋ, ਭਗਤ ਨਾਮਦੇਵ ਜੀ ਦਾ ਵਚਨ ਪੜ੍ਹੋ। ਕੀ ਕਹਿੰਦੇ ਨੇ ਭਗਤ ਜੀ? ਕਹਿੰਦੇ ਭੁੱਖੈ ਭਗਤ ਨਾ ਕੀਜੈ। ਹੇ ਮੇਰੇ ਮਾਲਕ, ਭੁੱਖਿਆਂ ਭਗਤੀ ਨਹੀਂ ਹੋ ਸਕਦੀ, ਖੁਰਾਕ ਦੀ ਜ਼ਰੂਰਤ ਹੈ। ਤੇ ਭਗਤ ਧੰਨਾ ਜੀ ਨੇ ਤਾਂ ਕੱਲੀ ਕੱਲੀ ਚੀਜ਼ ਮੰਗ ਲਈ ਪਰਮਾਤਮਾ ਦੇ ਕੋਲੋਂ। ਕਹਿੰਦੇ ਹਉ ਮੰਗੋ ਸੰਤਨ ਰੇਨਾ, ਮੈਂ ਨਾਹੀ ਕਿਸੀ ਕਾ ਦੇਨਾ। ਬਚਨ ਬੜੇ ਪਿਆਰੇ। ਕਹਿੰਦੇ ਮਾਧੋ ਕੈਸੀ ਬਣੇ ਤੁਮ ਸੰਗੇ, ਤੇਰੇ ਨਾਲ ਕਾਦੀ ਸੰਗ। ਆਪ ਨਾ ਦੇਹੋ ਤਾਂ ਲੇਵੋ ਮੰਗੇ। ਕਹਿੰਦੇ ਜੇਕਰ ਤੂੰ ਨਹੀਂ ਦੇਵੇਂਗਾ ਤਾਂ ਮੈਂ ਆਪ ਤੇਰੇ ਕੋਲੋਂ ਮੰਗ ਕੇ ਲੈ ਲਵਾਂਗਾ। ਮੰਗਿਆ ਕੀ? ਕਹਿੰਦੇ ਅੱਧ ਸੇਰ ਮੰਗੋ ਦਾਲੇ ਮੋਕੋ, ਦੋਨੋਂ ਵਕਤ ਜੀ ਵਾਲੇ। ਕਹਿੰਦੇ ਮੈਨੂੰ ਥੋੜੀ ਜੀ ਦਾਲ ਚਾਹੀਦੀ ਹੈ, ਅੱਧਾ ਕੁ ਸੇਰ, ਕਿਉਂਕਿ ਇਹ ਦਾਲ ਬਣਾਵਾਂਗਾ, ਪਕਾਵਾਂਗਾ, ਖਾਵਾਂਗਾ, ਸਰੀਰ ਨੂੰ ਤਾਕਤ ਮਿਲੇਗੀ, ਜਿਉਂਦਾ ਰਵਾਂਗਾ, ਤੇਰੀ ਭਗਤੀ ਕਰ ਪਾਵਾਂਗਾ। ਸੋ ਸਰੀਰ ਨੂੰ ਜਿਉਂਦੇ ਰਹਿਣ ਦੇ ਲਈ ਖੁਰਾਕ ਦੀ ਜ਼ਰੂਰਤ ਹੈ, ਭੋਜਨ ਦੀ ਜ਼ਰੂਰਤ ਹੈ। ਉਹ ਆਪਾਂ ਬਾਹਰੋਂ ਖਾਂਦੇ ਹਾਂ, ਸਾਰਿਆਂ ਨੂੰ ਪਤਾ ਹੈ। ਭੁੱਖ ਲੱਗਦੀ ਹੈ, ਭੋਜਨ ਖਾਧਾ ਜਾਂਦਾ ਹੈ। ਜਦੋਂ ਹੀ ਭੋਜਨ ਸਾਡੇ ਅੰਦਰ ਜਾਂਦਾ ਹੈ, ਭੁੱਖ ਖਤਮ ਹੋ ਜਾਂਦੀ ਹੈ। ਸਰੀਰ ਦੀ ਭੁੱਖ ਦੂਰ ਕਰਨ ਦੀ ਹਰ ਇੱਕ ਨੂੰ ਜਾਚ ਹੈ, ਪਤਾ ਹੈ ਕਿਵੇਂ ਭੁੱਖ ਦੂਰ ਹੋਏਗੀ। ਇੱਕ ਛੋਟਾ ਬੱਚਾ ਬੋਲ ਕੁਝ ਨਹੀਂ ਸਕਦਾ, ਮੰਗ ਨਹੀਂ ਸਕਦਾ ਮਾਂ ਦੇ ਕੋਲੋਂ ਬੋਲ ਕੇ ਕਿ ਮੈਨੂੰ ਮਾਂ ਭੁੱਖ ਲੱਗੀ ਹੈ, ਮੈਨੂੰ ਖਾਣ ਨੂੰ ਕੁਝ ਦੇ। ਉਹ ਰੋਂਦਾ ਹੈ, ਭੁੱਖ ਲੱਗੀ ਹੈ ਨਾ, ਰੋਏਗਾ। ਰੋਣਾ ਸੁਣ ਕੇ ਮਾਂ ਜਿਹੜੀ ਹੈ ਉਸ ਬੱਚੇ ਨੂੰ ਦੁੱਧ ਪਿਲਾਉਂਦੀ ਹੈ, ਭੁੱਖ ਸ਼ਾਂਤ ਹੁੰਦੀ ਹੈ, ਬੱਚੇ ਦਾ ਰੋਣਾ ਵੀ ਖਤਮ ਹੋ ਜਾਂਦਾ ਹੈ, ਚੁੱਪ ਕਰ ਜਾਂਦਾ ਹੈ। ਸਾਧ ਸੰਗਤ, ਸਰੀਰ ਦੀ ਭੁੱਖ ਦਾ ਹਰ ਇੱਕ ਨੂੰ ਪਤਾ ਹੈ, ਚਾਹੇ ਕੋਈ ਬੱਚਾ ਹੈ, ਚਾਹੇ ਕੋਈ ਜਵਾਨ ਹੈ, ਚਾਹੇ ਕੋਈ ਬਜ਼ੁਰਗ ਹੈ। ਖੁਰਾਕ ਹਰ ਇੱਕ ਨੂੰ ਮਿਲਦੀ ਹੈ, ਭੁੱਖ ਖਤਮ ਹੁੰਦੀ ਹੈ। ਪਰ ਯਾਦ ਰਹੇ, ਜਿੱਥੇ ਸਰੀਰ ਨੂੰ ਭੁੱਖ ਲੱਗਦੀ ਹੈ, ਉੱਥੇ ਆਤਮਾ ਨੂੰ ਵੀ ਭੁੱਖ ਲੱਗਦੀ ਹੈ। ਉੱਥੇ ਆਤਮਾ ਨੂੰ ਵੀ ਖਾਣ ਦੀ ਜ਼ਰੂਰਤ ਹੈ, ਆਤਮਾ ਨੂੰ ਵੀ ਖੁਰਾਕ ਚਾਹੀਦੀ ਹੈ। ਜਦੋਂ ਤੱਕ ਆਤਮਾ ਨੂੰ ਖੁਰਾਕ ਨਹੀਂ ਮਿਲੇਗੀ, ਉਹਦੀ ਭੁੱਖ ਨਹੀਂ ਮਿਟੇਗੀ, ਉਹ ਤ੍ਰਿਪਤ ਨਹੀਂ ਹੋਏਗੀ। ਬਦਕਿਸਮਤੀ ਸਾਡੀ, ਸਾਨੂੰ ਸਰੀਰ ਦੀ ਭੁੱਖ ਦਾ ਤਾਂ ਪਤਾ ਹੈ, ਪਰ ਉਸ ਆਤਮਾ ਦੀ ਭੁੱਖ ਦਾ ਪਤਾ ਹੀ ਨਹੀਂ ਕਿ ਉਹ ਵੀ ਭੁੱਖੀ ਹੈ ਤੇ ਉਸ ਨੂੰ ਖੁਰਾਕ ਵੀ ਪਹੁੰਚਾਉਣੀ ਹੈ। ਬਸ ਇਸੇ ਕਰਕੇ ਹੀ ਨਾ, ਜਿਹੜੀ ਖੁਰਾਕ ਆਤਮਾ ਨੂੰ ਚਾਹੀਦੀ ਹੈ ਉਹ ਅਸੀਂ ਪਹੁੰਚਾ ਨਹੀਂ ਰਹੇ, ਉਹ ਖੁਰਾਕ ਆਤਮਾ ਨੂੰ ਮਿਲ ਨਹੀਂ ਰਹੀ। ਇਸੇ ਕਰਕੇ ਹੀ ਸਾਡੇ ਅੰਦਰ ਜਿਹੜਾ ਹੈ ਨਾ ਪ੍ਰਮਾਤਮਾ ਪ੍ਰਗਟ ਨਹੀਂ ਹੋ ਰਿਹਾ। ਯਾਦ ਰਹੇ, ਬਾਣੀ ਦੇ ਵਿੱਚ ਸਤਿਗੁਰਾਂ ਨੇ ਬੜਾ ਪਿਆਰਾ ਬਚਨ ਕਿਹਾ। ਐਸੇ ਬਚਨ ਵੀ ਤੁਹਾਨੂੰ ਬਾਣੀ ਚੋਂ ਮਿਲਣਗੇ ਕਿ ਕਰ ਕਿਰਪਾ ਵਸੋ ਮਨ ਆਏ। ਹੇ ਮੇਰੇ ਮਾਲਕ, ਤੂੰ ਮੇਰੇ ਮਨ ਦੇ ਵਿੱਚ ਆਣ ਕੇ ਵਸ ਜਾ। ਕਿਤੇ ਤੁਹਾਨੂੰ ਇਹ ਪੜਨ ਨੂੰ ਵੀ ਮਿਲੇਗਾ ਕਿ ਹੇ ਮੇਰੇ ਮਾਲਕ, ਤੂੰ ਮੇਰੇ ਅੰਦਰ ਪ੍ਰਗਟ ਹੋ ਗਿਆ। ਹੁਣ ਦੋ ਬਚਨ ਨੇ, ਇੱਕ ਵਸੋ ਮਨ ਆਏ ਤੇ ਇੱਕ ਕੀ ਹੈ ਜੀ? ਕਹਿੰਦੇ ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ।
ਇੱਕ ਹੈ ਪ੍ਰਗਟ ਹੋ ਜਾਣਾ, ਇੱਕ ਮਨ ਦੇ ਵਿੱਚ ਵਸ ਜਾਣਾ ਤੇ ਦੂਜਾ ਹੈ ਪ੍ਰਗਟ ਹੋ ਜਾਣਾ। ਹੁਣ ਯਾਦ ਰਹੇ, ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਪ੍ਰਮਾਤਮਾ ਕਿਤੇ ਬਾਹਰੋਂ ਆਣ ਕੇ ਸਾਡੇ ਅੰਦਰ ਨਹੀਂ ਵਸਣਾ। ਪ੍ਰਮਾਤਮਾ ਕਿਤੇ ਬਾਹਰ ਨਹੀਂ ਬੈਠਾ ਹੋਇਆ ਤੇ ਜਦੋਂ ਉਸ ਨੂੰ ਆਪਾਂ ਪੁਕਾਰਾਂਗੇ ਉਹ ਸਾਡੇ ਅੰਦਰ ਆਣ ਕੇ ਵਸ ਜਾਏਗਾ। ਨਹੀਂ, ਉਹ ਪ੍ਰਮਾਤਮਾ ਆਲਰੇਡੀ ਸਾਡੇ ਅੰਦਰ ਵਸਿਆ ਹੋਇਆ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਅੰਦਰ ਪ੍ਰਮਾਤਮਾ ਸਾਡੇ ਵਸਿਆ ਹੈ, ਵਸਦਾ ਪਿਆ ਹੈ, ਪਰ ਅੰਦਰ ਵਸਦੇ ਹੋਏ ਪ੍ਰਮਾਤਮਾ ਨੂੰ ਪ੍ਰਗਟ ਕਰਨਾ ਹੈ। ਤੇ ਉਹ ਪ੍ਰਗਟ ਕਿਵੇਂ ਹੋਏਗਾ, ਕਿਵੇਂ ਅਹਿਸਾਸ ਹੋਏਗਾ ਕਿ ਪ੍ਰਮਾਤਮਾ ਅੰਦਰ ਪ੍ਰਗਟ ਹੋ ਗਿਆ? ਉਹਦੇ ਵਾਸਤੇ ਜ਼ਰੂਰੀ ਹੈ ਕਿ ਇਸ ਆਤਮਾ ਦੀ ਜਿਹੜੀ ਖੁਰਾਕ ਹੈ ਉਹ ਖੁਰਾਕ ਇਸ ਨੂੰ ਪਹੁੰਚਾਈ ਜਾਵੇ। ਹੁਣ ਇਹ ਆਪਾਂ ਤਲੰਗ ਰਾਗ ਦਾ ਸ਼ਬਦ ਗੁਰੂ ਰਾਮਦਾਸ ਮਹਾਰਾਜ ਜੀ ਦਾ ਬੜਾ ਪਿਆਰਾ ਸਰਵਣ ਕੀਤਾ। ਸਤਿਗੁਰੂ ਜੀ ਪਤਾ ਕੀ ਕਹਿ ਰਹੇ ਨੇ ਉਹਦੇ ਵਿੱਚ? ਕਹਿੰਦੇ ਸੋ ਧੰਨ ਗੁਰੂ ਸ਼ਾਬਾਸ ਹੈ ਹਰ ਦੇ ਸਨੇਹਾ। ਗੁਰੂ ਕਹਿੰਦੇ ਧਨਤਾ ਦੇ ਯੋਗ ਹੈ, ਵਡਿਆਈ ਦਾ ਪਾਤਰ ਹੈ। ਕਿਉਂ? ਕਿਉਂਕਿ ਹਰ ਦੇ ਸਨੇਹਾ, ਹਰੀ ਦਾ ਸਨੇਹਾ ਗੁਰੂ ਦਿੰਦਾ ਹੈ। ਹਰੀ ਦਾ ਸੁਨੇਹਾ, ਸੁਨੇਹਾ ਮੀਨਸ ਮੈਸੇਜ। ਗੁਰੂ ਜਿਹੜਾ ਏ ਹਰੀ ਦਾ ਸੁਨੇਹਾ ਪਹੁੰਚਾਉਂਦਾ ਏ। ਹਉ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ। ਕਹਿੰਦੇ ਮੈਂ ਖਿੜ ਪੈਣਾ, ਮੇਰੇ ਅੰਦਰ ਖੁਸ਼ੀ ਪੈਦਾ ਹੋ ਜਾਂਦੀ ਜਦੋਂ ਮੈਂ ਗੁਰੂ ਦੇ ਦੀਦਾਰ ਕਰਦਾ। ਅਗਲੇ ਬਚਨ ਪੜੋ, ਕਹਿੰਦੇ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ। ਗੁਰੂ ਦੀ ਰਸਨਾ ਜ਼ੁਬਾਨ ਅੰਮ੍ਰਿਤ ਬੋਲਦੀ, ਨਾਮ ਦੀ ਦਾਤੀ ਹੈ। ਗੁਰੂ ਦੀ ਰਸਨਾ ਤੋਂ ਨਾਮ ਜਿਹੜਾ ਹੈ ਉਹ ਉਚਾਰਿਆ ਜਾ ਰਿਹਾ ਹੈ। ਤਾਂ ਕਰਕੇ ਕਹਿੰਦੇ ਹਰ ਨਾਮ ਸੁਹਾਵੀ, ਨਾਮ ਦੇ ਵਿੱਚ ਭਿੱਜੀ ਹੋਣ ਕਰਕੇ ਗੁਰੂ ਦੀ ਰਸਨਾ, ਗੁਰੂ ਦੀ ਜ਼ੁਬਾਨ ਬੜੀ ਪਿਆਰੀ ਹੈ। ਅਗਲੀ ਬਚਨ ਕੀ ਕਿਹਾ ਸਤਿਗੁਰਾਂ ਨੇ? ਕਹਿਣ ਲੱਗੇ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਿਨ ਸੁਣ ਸਿੱਖਾਂ। ਆ ਬਚਨ ਧਿਆਨ ਦੇਣ ਯੋਗ ਨੇ। ਜੇਕਰ ਮੇਰੇ ਮਨ ਦੇ ਵਿੱਚ ਇਹ ਖੁਆਹਿਸ਼ ਹੈ ਕਿ ਮੈਂ ਪ੍ਰਮਾਤਮਾ ਦੇ ਨਾਲ ਮਿਲਾਂ, ਮੇਰੇ ਅੰਦਰ ਵੀ ਰੱਬ ਪ੍ਰਗਟ ਹੋ ਜਾਏ, ਤੇ ਸਾਧ ਸੰਗਤ ਫਿਰ ਆਤਮਾ ਨੂੰ ਉਹਦੀ ਖੁਰਾਕ ਪਹੁੰਚਾਉਣੀ ਪਏਗੀ। ਜੇ ਨਹੀਂ ਪਹੁੰਚਾਵਾਂਗੇ ਤੇ ਪ੍ਰਮਾਤਮਾ ਪ੍ਰਗਟ ਨਹੀਂ ਹੋ ਪਾਏਗਾ। ਗੁਰੂ ਰਾਮਦਾਸ ਮਹਾਰਾਜ ਸਤਿਗੁਰੂ ਚੌਥੇ ਪਾਤਸ਼ਾਹ ਬਖਸ਼ਿਸ਼ ਕਰਦੇ ਪਏ ਨੇ। ਕਹਿੰਦੇ ਜਿਨ ਸੁਣ ਸਿੱਖਾਂ ਗੁਰ ਮੰਨਿਆ ਤਿਨਾ ਭੁੱਖ ਸਭ ਜਾਵੀ। ਕਹਿੰਦੇ ਉਹਨਾਂ ਦੀ ਭੁੱਖ ਦੂਰ ਹੋਏਗੀ। ਕਿਹੜੀ ਭੁੱਖ? ਆਤਮਾ ਦੀ ਭੁੱਖ। ਸਰੀਰਕ ਭੁੱਖ ਤਾਂ ਹੀ ਦੂਰ ਕਰ ਲੈਣੀ ਹੈ। ਭੋਜਨ ਸਾਡੇ ਘਰ ਦੇ ਵਿੱਚ ਪਿਆ ਹੋਇਆ ਹੈ, ਪਕਾਵਾਂਗੇ ਖਾਵਾਂਗੇ, ਭੁੱਖ ਮਿਟ ਜਾਏਗੀ। ਪਰ ਜਿਹੜੀ ਭੁੱਖ ਦੀ ਗੱਲ ਗੁਰੂ ਰਾਮਦਾਸ ਮਹਾਰਾਜ ਕਰਦੇ ਪਏ ਨੇ, ਸਤਿਗੁਰੂ ਜੀ ਕਹਿੰਦੇ ਭਲਿਆ ਤੂੰ ਗੁਰੂ ਦੇ ਕੋਲ ਆ, ਤੈਨੂੰ ਪਤਾ ਲੱਗੇਗਾ ਕਿ ਇਸ ਆਤਮਾ ਨੂੰ ਖੁਰਾਕ ਕਿਹੜੀ ਚਾਹੀਦੀ ਹੈ ਤੇ ਆਤਮਾ ਤੱਕ ਉਹ ਖੁਰਾਕ ਪਹੁੰਚਾਉਣੀ ਕਿਵੇਂ ਹੈ। ਹੁਣ ਧਿਆਨ ਦਿਓ ਸਾਧ ਸੰਗਤ, ਗੁਰੂ ਦੱਸੇਗਾ ਖੁਰਾਕ ਕਿਹੜੀ ਚਾਹੀਦੀ ਹੈ ਤੇ ਉਹ ਆਤਮਾ ਤੱਕ ਖੁਰਾਕ ਪਹੁੰਚੇਗੀ ਕਿਵੇਂ। ਹੁਣ ਸਰੀਰ ਦੀ ਭੁੱਖ ਦੂਰ ਕਰਨ ਵਾਸਤੇ ਭੋਜਨ ਜਿਹੜਾ ਮੂੰਹ ਰਾਹੀਂ ਖਾਦਾ ਜਾਂਦਾ ਹੈ। ਬੁਰਕੀ ਆਪਾਂ ਤੋੜਦੇ ਆ, ਤੋੜ ਕੇ ਮੂੰਹ ਵਿੱਚ ਪਾਈ ਜਾਂਦੀ ਹੈ, ਦੰਦਾਂ ਨਾਲ ਚਬਾਨੇ ਆ, ਪੇਟ ਦੇ ਅੰਦਰ ਜਾਂਦੀ ਹੈ, ਭੁੱਖ ਮਿਟ ਜਾਂਦੀ ਹੈ। ਸਰੀਰ ਦੀ ਭੁੱਖ ਦੂਰ ਕਰਨ ਵਾਸਤੇ ਭੋਜਨ ਮੂੰਹ ਰਾਹੀਂ ਖਾਦਾ ਜਾਂਦਾ ਹੈ, ਪਰ ਆਤਮਾ ਦੀ ਭੁੱਖ ਦੂਰ ਕਰਨ ਵਾਸਤੇ ਭੋਜਨ ਕਿਵੇਂ ਖਾਦਾ ਜਾਏਗਾ? ਕਿਸ ਤਰੀਕੇ ਦੇ ਨਾਲ ਖਾਦਾ ਜਾਏਗਾ ਜਿਹੜਾ ਉਹ ਭੋਜਨ ਆਤਮਾ ਤੱਕ ਪਹੁੰਚੇ ਤੇ ਆਤਮਾ ਦੀ ਭੁੱਖ ਖਤਮ ਹੋ ਜਾਏ। ਤਿਨਾ ਭੁੱਖ ਸਭ ਜਾਵੀ, ਸਾਰੀ ਭੁੱਖ ਮਿਟ ਜਾਏਗੀ, ਪਰ ਖੁਰਾਕ ਪਹੁੰਚੇਗੀ ਕਿਵੇਂ ਉੱਥੋਂ ਤੱਕ? ਉਹਦਾ ਮੈਥਡ ਵੀ ਸਤਿਗੁਰਾਂ ਨੇ ਫਿਰ ਦੱਸਿਆ ਬਾਣੀ 'ਚ। ਜਦੋਂ ਵਾਰ-ਵਾਰ ਆਪਾਂ ਪੜ੍ਹਦੇ ਆ ਨਾ ਬਾਣੀ ਦੇ ਵਿੱਚੋਂ, ਸਤਿਗੁਰੂ ਜੀ ਕਹਿੰਦੇ ਤੂੰ ਪ੍ਰਮਾਤਮਾ ਦੇ ਗੁਣ ਗਾ ਤੇ ਗਾਉਣ ਤੋਂ ਬਾਅਦ ਕੀ ਕਰਨਾ ਹੈ? ਉਹਨਾਂ ਨੂੰ ਸੁਣ। ਹੁਣ ਦੇਖਿਓ, ਜਦੋਂ ਆਪਾਂ ਜ਼ੁਬਾਨ ਤੋਂ ਪ੍ਰਮਾਤਮਾ ਦਾ ਨਾਮ ਉਚਾਰਦੇ ਆ ਨਾ ਜੀ, ਬੋਲਦੇ ਆ, ਜਦੋਂ ਕਹਿੰਦੇ ਆ ਵਾਹਿਗੁਰੂ, ਜਾਂ ਜਦੋਂ ਮੂਲ ਮੰਤਰ ਦਾ ਜਾਪ ਕਰਦੇ ਆ, ਜਾਂ ਕਿਸੇ ਗੁਰਬਾਣੀ ਦੇ ਸ਼ਬਦ ਨੂੰ ਆਪਣੀ ਜ਼ੁਬਾਨ ਤੋਂ ਪੜ੍ਹਦੇ ਆ, ਸਾਧ ਸੰਗਤ ਇਹ ਹੈ ਆਤਮਾ ਦਾ ਭੋਜਨ ਤਿਆਰ ਹੋਣਾ। ਤੇ ਜਦੋਂ ਕੰਨਾਂ ਦੇ ਨਾਲ ਖਾਧਾ ਜਾਂਦਾ ਹੈ, ਕੰਨਾਂ ਦੇ ਨਾਲ ਸੁਣਿਆ ਜਾਂਦਾ ਹੈ ਨਾ, ਇਹ ਹੈ ਭੋਜਨ ਨੂੰ ਛਕਣਾ। ਗਰਾਹੀ ਤੋੜੀ, ਬੁਰਕੀ ਤੋੜੀ, ਮੂੰਹ ਵਿੱਚ ਪਾਈ, ਪੇਟ 'ਚ ਚਲੀ ਗਈ, ਭੁੱਖ ਮਿਟ ਗਈ। ਆਤਮਾ ਦੀ ਖੁਰਾਕ ਜ਼ੁਬਾਨ ਦੇ ਰਾਹੀਂ ਤਿਆਰ ਹੋਏਗੀ, ਕੰਨਾਂ ਦੇ ਨਾਲ ਅੰਦਰ ਜਾਏਗੀ, ਤੇ ਜਦੋਂ ਅੰਦਰ ਚਲੀ ਗਈ
ਉਹ ਖੁਰਾਕ ਆਤਮਾ ਤੱਕ ਪਹੁੰਚੇਗੀ। ਤੇ ਜਦੋਂ ਨਿਰੰਤਰ ਇਹ ਖੁਰਾਕ ਆਪਣੀ ਆਤਮਾ ਨੂੰ ਅਸੀਂ ਪਹੁੰਚਾਉਂਦੇ ਰਹੇ ਜ਼ੁਬਾਨ ਤੋਂ ਪਰਮਾਤਮਾ ਦਾ ਨਾਮ ਉਚਾਰਦਿਆਂ ਹੋਇਆਂ, ਫਿਰ ਇੱਕ ਦਿਨ ਐਸਾ ਆਏਗਾ ਜਦੋਂ ਜਿਨ ਸੁਣ ਸਿੱਖਾਂ ਗੁਰ ਮੰਨਿਆ ਤਿਨਾਂ ਭੁੱਖ ਸਭ ਜਾਵੀ। ਫਿਰ ਕੀ ਹੋਏਗਾ ਜੀ? ਅੰਦਰ ਤ੍ਰਿਪਤ ਸੰਤੋਖਿਆ। ਅੰਦਰ ਸਾਡਾ ਨਾ ਜਿਹੜਾ ਉਹ ਤ੍ਰਿਪਤ ਹੋ ਜਾਏਗਾ, ਰੱਜ ਜਾਏਗਾ, ਹਰ ਇੱਕ ਤਰ੍ਹਾਂ ਦੀ ਭੁੱਖ ਖਤਮ ਹੋ ਜਾਏਗੀ। ਸ਼ਰਤ ਗੁਰੂ ਦੇ ਕੋਲ ਆਣ ਕੇ ਸਾਨੂੰ ਇਹ ਭੇਦ ਸਮਝਣਾ ਪਏਗਾ। ਤੇ ਜਿਸ ਦੇ ਅੰਦਰੋਂ ਇਹ ਭੁੱਖ ਖਤਮ ਹੋ ਗਈ ਨਾ ਸਾਧ ਸੰਗਤ, ਫਿਰ ਪਤਾ ਕੀ ਹੁੰਦਾ ਹੈ? ਗੁਰੂ ਤੇਗ ਬਹਾਦਰ ਮਹਾਰਾਜ ਜਿਹੜੀ ਗੱਲ ਸਮਝਾ ਰਹੇ ਨੇ, ਕਹਿੰਦੇ ਜਿਹ ਮਾਇਆ ਮਮਤਾ ਤਜੀ। ਜਦੋਂ ਅੰਦਰ ਤ੍ਰਿਪਤ ਹੁੰਦਾ ਹੈ ਨਾ, ਅੰਦਰ ਦੀ ਭੁੱਖ ਖਤਮ ਹੁੰਦੀ ਹੈ, ਆਤਮਾ ਦੀ ਭੁੱਖ ਮਿਟ ਜਾਂਦੀ ਹੈ, ਜਿਹੜੀ ਖੁਰਾਕ ਉਸ ਨੂੰ ਚਾਹੀਦੀ ਸੀ ਉਹ ਮਿਲ ਜਾਂਦੀ ਹੈ, ਫਿਰ ਮਾਇਆ ਦਾ ਮੋਹ ਖਤਮ ਹੋ ਜਾਂਦਾ ਹੈ। ਫਿਰ ਮਾਇਆ ਦੇ ਨਾਲੋਂ ਬੰਦਾ ਡਿਟੈਚ ਹੋ ਜਾਂਦਾ ਹੈ। ਦੋ ਲਫ਼ਜ਼ ਨੇ ਸਤਿਗੁਰਾਂ ਨੇ ਯੂਜ਼ ਕੀਤੇ, ਮਾਇਆ ਤੇ ਮਮਤਾ। ਬਹੁਤ ਲੋਕ ਐਸੇ ਤੁਹਾਨੂੰ ਇਸ ਸੰਸਾਰ ਦੇ ਵਿੱਚ ਮਿਲਣਗੇ ਜਿਹੜੇ ਕਹਿਣਗੇ ਜੀ ਅਸੀਂ ਤਾਂ ਮਾਇਆ ਨੂੰ ਹੱਥ ਨਹੀਂ ਲਗਾਉਂਦੇ, ਅਸੀਂ ਮਾਇਆ ਦੇ ਤਿਆਗੀ ਹਾਂ। ਇਹ ਗੱਲ ਕਹਿ ਲੈਣੀ ਬੜੀ ਈਜ਼ੀ ਹੈ, ਬੜੀ ਆਸਾਨ ਹੈ। ਮਾਇਆ ਦਾ ਤਿਆਗੀ ਹੋਣਾ ਕੋਈ ਔਖਾ ਨਹੀਂ, ਪਰ ਸਤਿਗੁਰਾਂ ਨੇ ਇਹ ਨਹੀਂ ਕਿਹਾ ਕਿ ਤੁਸੀਂ ਮਾਇਆ ਦੇ ਤਿਆਗੀ ਹੋਣਾ ਹੈ। ਪੂਰੀ ਬਾਣੀ ਦੇ ਵਿੱਚ ਸਤਿਗੁਰਾਂ ਨੇ ਇਹ ਕਿਤੇ ਨਹੀਂ ਕਿਹਾ ਕਿ ਤੁਸੀਂ ਮਾਇਆ ਨੂੰ ਛੱਡ ਹੀ ਦਿਓ, ਮਾਇਆ ਦਾ ਤਿਆਗ ਕਰ ਦਿਓ, ਕਿਤੇ ਵੀ ਨਹੀਂ ਕਿਹਾ। ਸਤਿਗੁਰਾਂ ਨੇ ਤਾਂ ਬਾਣੀ ਦੇ ਵਿੱਚ ਇੱਥੋਂ ਤੱਕ ਕਹਿ ਦਿੱਤਾ, ਕਹਿਣ ਲੱਗੇ ਇਹ ਮਾਇਆ ਜਿਹੜੀ ਹੈ ਨਾ, ਇਹ ਮਾਇਆ ਤਾਂ ਘਰ ਦਾ ਸ਼ਿੰਗਾਰ ਹੈ, ਤੇ ਘਰ ਦਾ ਸ਼ਿੰਗਾਰ ਕਦੇ ਤਿਆਗਿਆ ਨਹੀਂ ਜਾਂਦਾ। ਗ੍ਰਹਿ ਸੋਭਾ, ਗ੍ਰਹਿ ਦਾ ਮਤਲਬ ਹੁੰਦਾ ਹੈ ਜੀ ਘਰ, ਸੋਭਾ ਦਾ ਮਤਲਬ ਹੈ ਜੀ ਸ਼ਿੰਗਾਰ। ਗ੍ਰਹਿ ਸੋਭਾ ਜਾ ਕੇ ਰੇ ਨਾਹੇ ਆਵਤ ਪਹੀਆ ਖੁਦੇ ਜਾਹੇ, ਭਗਤ ਸਾਹਿਬਾਨ ਕਹਿੰਦੇ ਪਏ ਨੇ। ਸਤਿਗੁਰਾਂ ਨੇ ਕਿਤੇ ਨਹੀਂ ਕਿਹਾ ਕਿ ਤੁਸੀਂ ਮਾਇਆ ਨੂੰ ਛੱਡ ਦਿਓ। ਛੱਡਣਾ ਕੀ ਹੈ? ਮਮਤਾ, ਮੋਹ। ਜਿਹੜੇ ਅਸੀਂ ਮਾਇਆ ਦੇ ਨਾਲ ਬੜੇ ਅਟੈਚ ਹੋ ਚੁੱਕੇ ਆ ਨਾ, ਉਸ ਅਟੈਚਮੈਂਟ ਨੂੰ ਤਿਆਗਣਾ ਹੈ, ਮਾਇਆ ਨਹੀਂ ਤਿਆਗਣੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਵੀ ਕਿਹਾ ਸੀ ਨਾ, ਸਵਾਲ ਕੀਤਾ ਸੀ ਇੱਕ ਫਕੀਰ ਨੇ, ਕਹਿਣ ਲੱਗਾ ਜੀ ਤੁਸੀਂ ਫਕੀਰ ਹੋ ਤੇ ਫਿਰ ਇੰਨਾ ਮਾਇਆ ਦਾ ਖਿਲਾਰਾ ਕਿਉਂ? ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵੀ ਉੱਥੇ ਬੜੇ ਪਿਆਰ ਦੇ ਨਾਲ ਜਵਾਬ ਦਿੱਤਾ ਸੀ, ਕਹਿਣ ਲੱਗੇ ਮਾਇਆ ਗੁਜਰਾਨ ਹੈ। ਮਾਇਆ ਗੁਜਰਾਨ ਦਾ ਮਤਲਬ ਹੈ ਕਿ ਮਾਇਆ ਦੇ ਨਾਲ ਜੀਵਨ ਦਾ ਨਿਰਵਾਹ ਚੱਲਦਾ ਹੈ, ਮਾਇਆ ਦੇ ਨਾਲ ਸੰਸਾਰਿਕ ਲੋੜਾਂ ਪੂਰੀਆਂ ਹੁੰਦੀਆਂ ਨੇ, ਮਾਇਆ ਦੇ ਨਾਲ ਕਿਸੇ ਆਏ ਗਏ ਦੀ ਸੇਵਾ ਹੁੰਦੀ ਹੈ, ਕਿਸੇ ਲੋੜਵੰਦ ਦੀ ਲੋੜ ਪੂਰੀ ਕੀਤੀ ਜਾਂਦੀ ਹੈ, ਕਿਸੇ ਭੁੱਖੇ ਨੂੰ ਉਹਦੀ ਭੁੱਖ ਦੂਰ ਕੀਤੀ ਜਾਂਦੀ ਹੈ। ਮਾਇਆ ਗੁਜਰਾਨ ਹੈ, ਮਾਇਆ ਨਹੀਂ ਤਿਆਗਣੀ। ਕੀ ਤਿਆਗਣਾ ਹੈ? ਮਮਤਾ, ਮੋਹ ਤਿਆਗਣਾ ਹੈ। ਮਾਇਆ ਦੇ ਨਾਲ ਇੰਨਾ ਅਟੈਚ ਨਹੀਂ ਹੋ ਜਾਣਾ ਕਿ ਰੱਬ ਹੀ ਭੁੱਲ ਜਾਏ। ਮਾਇਆ ਦੇ ਨਾਲ ਇੰਨਾ ਮੋਹ ਨਹੀਂ ਪਾ ਲੈਣਾ ਕਿ ਮਾਇਆ ਤੋਂ ਬਿਨਾਂ ਸਾਨੂੰ ਨਜ਼ਰ ਹੀ ਕੁਝ ਨਾ ਆਵੇ। ਸ਼ਾਇਦ ਇਸੇ ਕਰਕੇ ਹੀ ਸਤਿਗੁਰਾਂ ਨੇ ਬਾਣੀ ਦੇ ਵਿੱਚ ਬੜਾ ਪਿਆਰਾ ਵਚਨ ਕਿਹਾ ਜੀ। ਪਤਾ ਕੀ ਕਹਿੰਦੇ ਇੱਕ ਸਤਿਗੁਰੂ ਜੀ? ਕਹਿੰਦੇ ਤੇਰਾ ਨਾ ਇੰਨਾ ਕੁ ਮੋਹ ਪੈ ਗਿਆ ਮਾਇਆ ਦੇ ਨਾਲ। ਹੁਣ ਮਾਇਆ ਇੱਥੇ ਸਮਝਿਓ ਕੱਲਾ ਧਨ ਨੂੰ, ਕੱਲਾ ਦੌਲਤ ਨੂੰ ਮਾਇਆ ਨਹੀਂ ਜੇ ਕਿਹਾ, ਕੱਲਾ ਪੈਸੇ ਨੂੰ ਸਤਿਗੁਰਾਂ ਨੇ ਬਾਣੀ 'ਚ ਮਾਇਆ ਨਹੀਂ ਜੇ ਕਿਹਾ। ਕਿਹੜੀ ਹੈ ਮਾਇਆ? ਹਰ ਇੱਕ ਉਹ ਚੀਜ਼, ਹਰ ਇੱਕ ਉਹ ਵਸਤੂ, ਹਰ ਇੱਕ ਉਹ ਵਿਕਾਰ ਜਿਹੜਾ ਇਨਸਾਨ ਨੂੰ ਪਰਮਾਤਮਾ ਦੇ ਨਾਲੋਂ ਤੋੜਦਾ ਹੈ, ਉਹ ਮਾਇਆ ਹੈ। ਪੈਸਾ ਵੀ ਜੇਕਰ ਮਾਇਆ ਬਣ ਕੇ ਪਰਮਾਤਮਾ ਦੇ ਨਾਲੋਂ ਤੋੜਦਾ ਪਿਆ ਤੇ ਉਹ ਵੀ ਮਾਇਆ ਦਾ ਰੂਪ ਹੈ। ਜੇਕਰ ਕਿਸੇ ਵਿਕਾਰ ਦੇ ਵਿੱਚ ਫਸ ਕੇ ਇਨਸਾਨ ਪਰਮਾਤਮਾ ਦੇ ਨਾਲੋਂ ਦੂਰ ਹੋ ਗਿਆ ਤੇ ਉਹ ਵੀ ਮਾਇਆ ਦਾ ਰੂਪ ਹੈ। ਇਸੇ ਕਰਕੇ ਭਗਤ ਕਬੀਰ ਜੀ ਨੇ ਕਿਹਾ, ਕਹਿੰਦੇ ਕਬੀਰ ਆਈ ਮੁਝਹਿ ਪੈ ਅਨੇਕ ਕਰੇ ਕਰ ਭੇਸ। ਇਹ ਮਾਇਆ ਅਨੇਕਾਂ ਹੀ ਰੂਪ ਧਾਰਨ ਕਰਕੇ ਕਹਿੰਦੇ ਮੇਰੇ ਕੋਲ ਆਈ। ਕਾਹਦੇ ਵਾਸਤੇ? ਮੈਨੂੰ ਆਪਣੇ ਜਾਲ ਵਿੱਚ ਫਸਾਉਣ ਦੇ ਲਈ। ਰੂਪ ਧਾਰਨ ਦਾ ਮਤਲਬ ਇਹ ਨਹੀਂ ਕਿ ਸਰੀਰਕ ਤੌਰ ਤੇ ਕੋਈ ਰੂਪ ਉਹਨੇ ਧਾਰਨ ਕੀਤਾ ਤੇ ਮੈਨੂੰ ਆਪਣੇ ਜਾਲ 'ਚ ਫਸਾਉਣ ਲਈ ਆਈ, ਨਹੀਂ। ਕਦੇ ਪਤਨੀ ਦੇ ਰੂਪ ਵਿੱਚ, ਕਦੇ ਜ਼ਮੀਨ ਜਾਇਦਾਦ ਦੇ ਰੂਪ ਦੇ ਵਿੱਚ, ਕਦੇ ਪੁੱਤਰ ਦੇ ਰੂਪ ਦੇ ਵਿੱਚ, ਕਦੇ ਪਰਾਈ ਔਰਤ ਦੇ ਰੂਪ ਦੇ ਵਿੱਚ, ਕਦੇ ਨਿੰਦਿਆ ਦੇ ਰੂਪ ਦੇ ਵਿੱਚ, ਕਦੇ ਚੁਗਲੀ ਦੇ ਰੂਪ ਦੇ ਵਿੱਚ, ਕਦੇ ਈਰਖਾ ਦੇ ਰੂਪ ਵਿੱਚ, ਕਦੇ ਹਉਮੈ ਦੇ ਰੂਪ। ਇਹਦੇ ਅਨੇਕਾਂ ਹੀ ਰੂਪ ਨੇ। ਕਬੀਰ ਸਾਹਿਬ ਕਹਿੰਦੇ ਇਹ ਕਈ ਰੂਪ ਧਾਰਨ ਕਰਕੇ ਮੈਨੂੰ ਜਾਲ ਵਿੱਚ ਫਸਾਉਣ ਦੇ ਲਈ ਆਈ, ਪਰ ਹਮ ਰਾਖੇ ਗੁਰ ਆਪਣੇ
ਉਨ ਕੀਨੋ ਆਦੇਸ, ਗੁਰੂ ਨੇ ਮੈਨੂੰ ਰੱਖ ਲਿਆ। ਗੁਰੂ ਨੇ ਕਿਵੇਂ ਰੱਖ ਲਿਆ? ਫਿਰ ਉੱਥੇ ਹੀ ਮੁੜ ਕੇ ਆਈਏ, ਜਿਨ ਸੁਣ ਸਿੱਖਾਂ ਗੁਰ ਮੰਨਿਆ ਤਿਨਾ ਭੁੱਖ ਸਭ ਜਾਗੀ। ਜਿਨ੍ਹਾਂ ਨੇ ਆਤਮਾ ਨੂੰ ਉਹਦੀ ਖੁਰਾਕ ਪਹੁੰਚਾ ਦਿੱਤੀ, ਉਹਨਾਂ ਦਾ ਮਾਇਆ ਦੇ ਨਾਲੋਂ ਮੋਹ ਟੁੱਟ ਗਿਆ, ਉਹ ਡਿਟੈਚ ਹੋ ਗਏ ਮਾਇਆ ਦੇ ਨਾਲੋਂ। ਤੇ ਜਿਹੜੇ ਡਿਟੈਚ ਹੋ ਗਏ, ਸਾਧ ਸੰਗਤ ਖਿਆਲ ਕਰਿਓ, ਫਿਰ ਉਹੀ ਕੀ ਕਹਿ ਰਹੇ ਨੇ ਗੁਰੂ ਤੇਗ ਬਹਾਦਰ ਮਹਾਰਾਜ, ਜਿਹ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ। ਸਭ ਤੇ ਭਇਓ, ਲਫ਼ਜ਼ਾਂ ਵੱਲ ਧਿਆਨ ਜ਼ਰੂਰ ਦਿਆ ਕਰੋ, ਜਿਹੜੇ ਵਰਡ ਗੁਰੂ ਸਾਹਿਬ ਨੇ ਯੂਜ਼ ਕੀਤੇ ਨੇ। ਸਤਿਗੁਰੂ ਜੀ ਕਹਿੰਦੇ ਸਭ ਤੇ ਭਇਓ ਉਦਾਸ। ਉਦਾਸ ਦਾ ਮਤਲਬ ਨਾ ਇੱਥੇ ਇਹ ਨਾ ਮਤ ਸਮਝਿਓ ਕਿ ਸਤਿਗੁਰੂ ਜੀ ਕਹਿ ਰਹੇ ਨੇ ਕਿ ਉਹ ਸੈਡ ਹੋ ਗਿਆ, ਉਦਾਸ ਹੋ ਗਿਆ, ਹਾਏ ਮਾਇਆ ਦਾ ਮੋਹ ਛੱਡ ਦਿੱਤਾ ਤੇ ਉਹ ਉਦਾਸ ਹੋ ਗਿਆ। ਨਹੀਂ, ਇੱਥੇ ਉਦਾਸ ਹੋਣ ਦਾ ਮਤਲਬ ਹੈ ਉਪਰਾਮ ਹੋ ਜਾਣਾ, ਉੱਪਰ ਉੱਠ ਜਾਣਾ, ਮਾਇਆ ਤੋਂ ਉੱਪਰ ਉੱਠ ਗਿਆ ਜੀ। ਕੋਈ ਫਰਕ ਹੀ ਨਹੀਂ ਪੈ ਰਿਹਾ। ਕਹਿੰਦੇ ਭਗਤ ਰਵਿਦਾਸ ਜੀ ਨੂੰ ਨਾ ਕੰਮ ਕਰ ਰਹੇ ਸੀ ਜੀ, ਆਪਣੇ ਛੋਟੀ ਜੀ ਉਹਨਾਂ ਦੀ ਕੁਟੀਆ, ਝੌਂਪੜੀ, ਹੱਟ, ਉਹਦੇ ਵਿੱਚ ਉਹ ਕੰਮ ਕਰਦੇ ਪਏ ਨੇ ਆਪਣਾ। ਤੇ ਕੋਈ ਧਨਵਾਨ ਆਇਆ ਤੇ ਉਹ ਧਨਵਾਨ ਭਗਤ ਜੀ ਨੂੰ ਕੋਈ ਕੀਮਤੀ ਲਾਲ ਦਿੰਦਾ ਪਿਆ, ਕਹਿਣ ਲੱਗਾ ਜੀ ਇਹ ਤੁਸੀਂ ਰੱਖ ਲਓ, ਮੈਂ ਵਾਪਸ ਜਦੋਂ ਮੁੜ ਕੇ ਕਿਤੇ ਆਵਾਂਗਾ ਤੁਹਾਡੇ ਕੋਲ ਲੈ ਲਵਾਂਗਾ। ਭਗਤ ਜੀ ਨੇ ਧਿਆਨ ਨਾ ਦਿੱਤਾ, ਕਹਿੰਦੇ ਪਈ ਉੱਥੇ ਰੱਖ ਦੇ। ਕਹਿੰਦਾ ਜੀ ਬਹੁਤ ਕੀਮਤੀ ਹੈ, ਸੰਭਾਲ ਕੇ ਰੱਖਣਾ। ਕਹਿੰਦੇ ਜੀ ਉੱਥੇ ਰੱਖ ਦੇ। ਉਹਨੇ ਅੰਦਰ ਗਿਆ ਝੌਂਪੜੀ ਦੇ ਜੀ, ਉਹਨੇ ਇੱਕ ਕਾਰਨਰ ਦੇ ਵਿੱਚ ਸੇਫ ਜੀ ਜਗ੍ਹਾ ਸਮਝ ਕੇ ਉਹਨੂੰ ਕੱਪੜੇ ਦੇ ਵਿੱਚ ਲਪੇਟ ਕੇ ਤੇ ਰੱਖ ਦਿੱਤਾ। ਕੁਝ ਸਾਲ ਲੰਘ ਗਏ, ਉਹ ਵਾਪਸ ਆਇਆ ਜੀ ਤੇ ਆਣ ਕੇ ਭਗਤ ਜੀ ਨੂੰ ਕਹਿੰਦਾ ਜੀ ਮੈਂ ਤੁਹਾਨੂੰ ਯਾਦ ਕਿਸੇ ਟਾਈਮ ਤੇ ਇੱਕ ਕੀਮਤੀ ਲਾਲ ਦੇ ਕੇ ਗਿਆ ਸੀ। ਕਹਿੰਦੇ ਯਾਦ ਨਹੀਂ, ਜੇਕਰ ਦੇ ਕੇ ਗਿਆ ਸੀ ਤੇ ਦੇਖ ਲੈ ਜਿੱਥੇ ਤੂੰ ਰੱਖਿਆ ਹੋਏਗਾ ਉੱਥੇ ਪਿਆ ਹੋਏਗਾ। ਤੇ ਕਹਿੰਦੇ ਨੇ ਉਹ ਜਿਹੜਾ ਧਨਵਾਨ ਸੀ, ਰਿਚ ਮੈਨ ਜਿਹੜਾ ਸੀ, ਉਹ ਜਦੋਂ ਅੰਦਰ ਗਿਆ, ਉਹਨੂੰ ਪਤਾ ਸੀ ਕਿ ਇਸ ਕਾਰਨਰ ਦੇ ਵਿੱਚ ਰੱਖਿਆ ਹੈ। ਉੱਥੋਂ ਉਹਨੇ ਭਾਲਿਆ, ਲੱਭਣ ਦੀ ਕੋਸ਼ਿਸ਼ ਕੀਤੀ, ਉੱਥੇ ਪਿਆ ਪਿਆ ਉਸਨੂੰ ਉਹ ਕੀਮਤੀ ਲਾਲ ਮਿਲ ਗਿਆ। ਜਿਹੜਾ ਤਾਂ ਮਾਇਆ ਦੇ ਮੋਹ ਵਿੱਚ ਫਸਿਆ ਹੁੰਦਾ ਹੈ, ਉਹਦੇ ਅੰਦਰ ਲਾਲਚ ਪੈਦਾ ਹੋਏਗਾ। ਐਸੀ ਕੀਮਤੀ ਚੀਜ਼ ਦੇਖ ਕੇ ਉਹਦਾ ਮਨ ਲਾਲਚੀ ਹੋਏਗਾ। ਹੋ ਸਕਦਾ ਹੈ ਕਿ ਉਹ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਉਹ ਕਿਤੇ ਵਾਪਸ ਆਉਂਦਾ ਤੇ ਉਹ ਮੁੱਕਰ ਜਾਂਦਾ, ਉਹ ਇਨਕਾਰ ਹੀ ਕਰ ਦਿੰਦਾ ਕਿ ਤੂੰ ਮੈਨੂੰ ਦਿੱਤਾ ਹੀ ਕੁਝ ਨਹੀਂ। ਪਰ ਰੱਬ ਦੇ ਨਾਲ ਜੁੜੇ ਹੋਏ ਬੰਦੇ ਦੀ ਇਹ ਖਾਸੀਅਤ ਹੈ ਕਿ ਉਹ ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੀ ਸੁਖ ਹੋਏ। ਉਹ ਕਿਸੇ ਦੇ ਪਰਾਏ ਹੱਕ ਦੇ ਉੱਤੇ ਆਪਣਾ ਹੱਕ ਨਹੀਂ ਜੀ ਜਤਾਉਂਦਾ, ਉਹ ਆਪਣੀ ਕੀਤੀ ਹੋਈ ਕਮਾਈ ਦੇ ਨਾਲ ਤ੍ਰਿਪਤ ਹੁੰਦਾ ਹੈ। ਉਹ ਦਸਾਂ ਨਵਾਂ ਦੀ ਕਿਰਤ ਕਮਾਈ ਕਰਕੇ ਆਪਣੇ ਜੀਵਨ ਦਾ ਨਿਰਵਾਹ ਕਰਦਾ, ਕਿਸੇ ਦੇ ਹੱਕ ਦੇ ਉੱਤੇ ਆਪਣਾ ਹੱਕ ਨਹੀਂ ਜਤਾਉਂਦਾ। ਸੋ ਸਤਿਗੁਰੂ ਜੀ ਕਹਿੰਦੇ ਉਹ ਉੱਪਰ ਉੱਠ ਗਿਆ ਜੀ ਮਾਇਆ ਦੇ ਨਾਲ। ਮਾਇਆ ਦਾ ਉਹਦੇ ਉੱਤੇ ਪ੍ਰਭਾਵ ਹੀ ਕੋਈ ਨਹੀਂ ਰਹਿ ਗਿਆ। ਤੇ ਜਿਹਦੇ ਉੱਤੇ ਮਾਇਆ ਦਾ ਪ੍ਰਭਾਵ ਕੋਈ ਨਹੀਂ, ਸਤਿਗੁਰੂ ਜੀ ਕਹਿੰਦੇ ਕਹੋ ਨਾਨਕ ਸੁਨ ਰੇ ਮਨਾ ਤੇਹ ਘਟ ਬ੍ਰਹਮ ਨਿਵਾਸ। ਸਤਿਗੁਰੂ ਜੀ ਕਹਿੰਦੇ ਅਸਲ ਦੇ ਵਿੱਚ ਉਹਦੇ ਅੰਦਰ ਰੱਬ ਪ੍ਰਗਟ ਹੋਇਆ ਪਿਆ ਹੈ, ਉਹਦੇ ਅੰਦਰ ਰੱਬ ਵਸਦਾ ਪਿਆ ਹੈ। ਉਹ ਰੱਬ ਦਾ ਰੂਪ ਹੋ ਗਿਆ ਏ, ਜਿਸ ਨੇ ਮਾਇਆ ਦਾ ਮੋਹ ਛੱਡ ਕੇ ਮਾਇਆ ਤੋਂ ਉੱਪਰ ਉੱਠ ਗਿਆ। ਸਤਿਗੁਰੂ ਜੀ ਕਹਿੰਦੇ ਉਹ ਰੱਬ ਦਾ ਰੂਪ ਹੈ। ਉਹਦੇ ਵਿੱਚ ਤੇ ਰੱਬ ਦੇ ਵਿੱਚ ਫਰਕ ਕੋਈ ਨਹੀਂ। ਕਿਤੇ ਗੁਰੂ ਨਾਨਕ ਸਾਹਿਬ ਦਾ ਬਚਨ ਪੜ੍ਹਿਓ ਸ੍ਰੀ ਰਾਗ ਦੇ ਵਿੱਚ। ਬਾਣੀ ਦੀ ਖਾਸੀਅਤ ਹੈ ਸਾਧ ਸੰਗਤ, ਜੀਵਨ ਦਾ ਹਰ ਇੱਕ ਪੱਖ, ਸਾਡੇ ਜੀਵਨ ਦਾ ਹਰ ਇੱਕ ਪੱਖ ਦਾ ਮਤਲਬ ਕਿਸੇ ਵੀ ਏਰੀਏ ਦੇ ਵਿੱਚੋਂ ਕਹਿ ਲਈਏ, ਜਾਂ ਆਪਣੇ ਜੀਵਨ ਦੇ ਨਾਲ ਸੰਬੰਧਿਤ ਕੋਈ ਵੀ ਸਵਾਲ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਆ ਕੇ ਕਰੀਏ ਤੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਠ ਕਰੀਏ, ਕੀਤੇ ਹੋਏ ਸਵਾਲ ਦਾ ਜਵਾਬ ਤੁਹਾਨੂੰ ਵਿੱਚੋਂ ਮਿਲੇਗਾ। ਕੀ ਕਰਨਾ ਚਾਹੀਦਾ ਹੈ, ਕੀ ਨਹੀਂ ਕਰਨਾ, ਕੀ ਖਾਣਾ ਹੈ, ਕੀ ਨਹੀਂ ਖਾਣਾ, ਇਹ ਸਭ ਕੁਝ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਮਿਲੇਗਾ। ਸ੍ਰੀ ਰਾਗ ਦਾ ਸ਼ਬਦ ਹੈ ਜੀ ਗੁਰੂ ਨਾਨਕ ਸਾਹਿਬ ਦਾ, ਤੇ ਉਸ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਇਹੀ ਗੱਲਾਂ ਕਹੀਆਂ। ਕਹਿੰਦੇ ਸਭ ਰਸ ਮਿੱਠੇ ਮੰਨਿਐ ਸੁਣਿਐ ਸਾ ਲੋਣੇ, ਖਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ, ਛਤੀ ਅੰਮ੍ਰਿਤ ਭਾਉ ਏਕ ਜਾ ਕਉ ਨਦਰ ਕਰੇ। ਖਟ ਤੁਰਸੀ, ਇਹ ਤਿੰਨ ਜਿਹੜੀਆਂ ਪੰਕਤੀਆਂ ਨੇ ਨਾ, ਇਹਨਾਂ ਦੇ ਵਿੱਚ ਖੁਰਾਕ ਦਾ ਜ਼ਿਕਰ ਹੈ ਜੀ, ਜਿਹੜੀ ਆਤਮਾ ਨੂੰ ਅਸੀਂ ਪਹੁੰਚਾਉਣੀ ਹੈ। ਸਰੀਰਕ ਖੁਰਾਕ ਦਾ ਆਧਾਰ ਬਣਾ ਕੇ, ਐਗਜ਼ਾਮਪਲ ਲੈ ਕੇ ਆਤਮਾ ਦੀ ਖੁਰਾਕ ਦਾ ਜ਼ਿਕਰ ਕੀਤਾ ਗੁਰੂ ਨਾਨਕ ਸਾਹਿਬ ਨੇ। ਕਹਿੰਦੇ ਸਭ ਰਸ ਮਿੱਠਾ ਮੰਨਿਆ, ਜਿਹੜਾ ਬੰਦਾ ਪਰਮਾਤਮਾ ਦੇ ਨਾਮ ਦੇ ਨਾਲ ਆਪਣੇ ਚਿੱਤ ਨੂੰ ਜੋੜਦਾ ਹੈ। ਸਤਿਗੁਰੂ ਜੀ ਕਹਿੰਦੇ ਏਦਾਂ ਕਹਿ ਲਓ ਕਿ ਉਸਨੇ ਸਾਰੇ ਮਿੱਠੇ ਪਦਾਰਥ ਛਕ ਲਏ। ਸਭ ਰਸ ਮਿੱਠੇ ਮੰਨਿਆ ਸੁਣਿਆ ਸਾਲੋਣੇ। ਸਾਲੋਣੇ ਦਾ ਮਤਲਬ ਹੈ ਜੀ ਲੂਣ ਵਾਲੇ, ਸਾਲਟਡ।
ਜਿਹੜਾ ਪ੍ਰਮਾਤਮਾ ਦੀ ਸਿਫਤ ਸਲਾਹ ਸੁਣਦਾ ਹੈ ਕੰਨਾਂ ਦੇ ਨਾਲ, ਉਸ ਨੂੰ ਏਦਾਂ ਕਹਿ ਲਈਏ ਕਿ ਉਹਨੇ ਲੂਣ ਵਾਲੇ ਪਦਾਰਥ ਛਕ ਲਏ ਜੀ। ਖੱਟ ਤੁਰਸੀ, ਖੱਟ ਤੁਰਸੀ ਦਾ ਮਤਲਬ ਹੈ ਜੀ ਖੱਟੇ ਮਿੱਠੇ। ਖੱਟ ਤੁਰਸੀ ਮੁਖ ਬੋਲਣਾ, ਜਿਹੜਾ ਜ਼ੁਬਾਨ ਤੋਂ ਪ੍ਰਮਾਤਮਾ ਦਾ ਨਾਮ ਉਚਾਰਦਾ ਪਿਆ ਏ, ਜਪਦਾ ਪਿਆ ਏ, ਗੁਰੂ ਨਾਨਕ ਸਾਹਿਬ ਕਹਿੰਦੇ ਉਹ ਏਦਾਂ ਹੈ ਜਿਸ ਤਰ੍ਹਾਂ ਉਹ ਖੱਟੇ ਮਿੱਠੇ ਪਦਾਰਥ ਛਕਦਾ ਪਿਆ। ਖੱਟ ਤੁਰਸੀ ਮੁਖ ਬੋਲਣਾ, ਮਾਰਨ। ਹੁਣ ਆ ਮਾਰਨ ਲਫ਼ਜ਼ ਹੈ ਨਾ ਜਿਹੜਾ ਪੰਜਾਬੀ ਦੇ ਵਿੱਚ ਅਸੀਂ ਕਰਾਂਗੇ ਜੀ, ਮਾਰਨ ਦਾ ਮਤਲਬ ਕਿਸੇ ਨੂੰ ਮਾਰਨਾ, ਕੁੱਟਣਾ ਜਾਂ ਮਾਰ ਦੇਣਾ, ਮਰਡਰ ਕਰ ਦੇਣਾ। ਪਰ ਇੱਥੇ ਮਾਰਨ ਦਾ ਮਤਲਬ ਹੈ ਜੀ ਮਸਾਲਾ। ਕਹਿੰਦੇ ਨੇ ਬੜਾ ਸਪਾਈਸੀ ਹੈ, ਮਸਾਲੇਦਾਰ। ਮਾਰਨ ਮੀਨਸ ਮਸਾਲਾ। ਮਾਰਨ ਨਾਦ ਕੀਏ, ਉਸ ਪ੍ਰਮਾਤਮਾ ਦੀ ਯਾਦ ਵਿੱਚ ਆਪਣੀ ਸੁਰਤ ਨੂੰ ਜੋੜ ਦੇਣਾ। ਸਤਿਗੁਰੂ ਜੀ ਕਹਿੰਦੇ ਮਸਾਲੇ ਵਾਲੇ ਪਦਾਰਥ ਛਕਣਾ ਹੈ। ਛਤੀ ਅੰਮ੍ਰਿਤ ਭਾਉ, ਇੱਕ ਬੜੀ ਪਿਆਰੀ ਗੱਲ ਹੈ। ਕਹਿੰਦੇ ਜਿਹਦੇ ਮਨ ਦੇ ਵਿੱਚ ਪ੍ਰਮਾਤਮਾ ਦੇ ਪ੍ਰਤੀ ਪਿਆਰ ਪੈਦਾ ਹੋ ਗਿਆ, ਭਾਉ ਇੱਕ ਰੱਬ ਦੇ ਨਾਲ ਜਿਹਦਾ ਪਿਆਰ ਜੁੜ ਗਿਆ, ਉਹਨੇ ਤੇ ਏਦਾਂ ਜਿਸ ਤਰ੍ਹਾਂ ਉਹਨੇ 36 ਤਰ੍ਹਾਂ ਦੇ ਪਦਾਰਥ ਛਕ ਲਏ ਜੀ। ਇੱਕ ਦੋ ਨਹੀਂ, 36 ਤਰ੍ਹਾਂ ਦੇ। ਛਤੀ ਅੰਮ੍ਰਿਤ ਭਾਉ ਏਕ, ਜਾ ਕਉ ਨਦਰ ਕਰੇ। ਪਰ ਇਹ ਜਿਹੜੇ ਪਦਾਰਥਾਂ ਦੀ ਖੁਰਾਕ ਦੀ ਗੱਲ ਗੁਰੂ ਨਾਨਕ ਸਾਹਿਬ ਕਰਦੇ ਪਏ ਨੇ ਨਾ, ਇਹ ਮਿਲਦੀ ਉਹਨੂੰ ਜੇ ਜਾ ਕਉ ਨਦਰ ਕਰੇ। ਤੇ ਨਦਰ ਕਿਹਦੇ ਉੱਤੇ ਹੁੰਦੀ ਹੈ, ਕਿਰਪਾ ਕਿਹਦੇ ਉੱਤੇ ਹੁੰਦੀ ਹੈ? ਜਿਹੜਾ ਜਿਨ ਸੁਣ ਸਿੱਖਾ ਗੁਰ ਮੰਨਿਆ, ਤਿਨਾ ਭੁੱਖ ਸਭ ਜਾਵੀ। ਗੁਰੂ ਰਾਮਦਾਸ ਜੀ ਕਹਿੰਦੇ ਜਿਹੜੇ ਸੁਣਦੇ ਨੇ ਗੁਰੂ ਦੀ ਸਿੱਖਿਆ ਨੂੰ, ਜਿਹੜੇ ਸਿੱਖ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਮੰਨ ਲੈਂਦੇ ਨੇ, ਫਿਰ ਜਾ ਕਉ ਨਦਰ ਕਰੇ, ਉਹਨਾਂ ਦੇ ਉੱਤੇ ਕਿਰਪਾ ਹੁੰਦੀ ਹੈ, ਭੁੱਖ ਮਿਟ ਜਾਂਦੀ ਹੈ। ਤੇ ਨਾਲ ਹੀ ਗੁਰੂ ਨਾਨਕ ਸਾਹਿਬ ਨੇ ਇਹ ਤਾਕੀਦ ਕਰ ਦਿੱਤੀ। ਕੀ ਕਿਹਾ? ਕਹਿੰਦੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ, ਮਨ ਮੈਂ ਚੱਲੈ ਵਿਕਾਰ। ਕਹਿੰਦੇ ਹੋਰ ਖਾਣਾ, ਹੋਰ ਖਾਣ ਦਾ ਮਤਲਬ ਇੱਥੇ ਦੋ ਤਰ੍ਹਾਂ ਦਾ ਹੈ ਸਾਧ ਸੰਗਤ। ਜੇਕਰ ਆਪਾਂ ਸਰੀਰਕ ਤੌਰ ਤੇ ਗੱਲ ਕਰੀਏ, ਉਹ ਪਦਾਰਥ, ਉਹ ਖੁਰਾਕ ਜਾਂ ਉਹ ਭੋਜਨ ਖਾਣਾ ਜਿਸ ਨੂੰ ਖਾਣ ਤੋਂ ਬਾਅਦ ਸਾਡਾ ਸਰੀਰ ਬਿਮਾਰ ਪੈ ਜਾਏ, ਅਸੀਂ ਰੋਗੀ ਹੋ ਜਾਈਏ। ਕਈ ਵਾਰ ਹੁੰਦਾ ਹੈ ਨਾ ਜੀ, ਕਿਸੇ ਨੂੰ ਕੋਈ ਖੁਰਾਕ ਖਾ ਲਵੇ, ਕੋਈ ਭੋਜਨ ਖਾ ਲਵੇ ਤੇ ਅੰਦਰ ਗੈਸ ਪੈਦਾ ਹੋ ਜਾਂਦੀ ਹੈ, ਐਸਿਡਿਟੀ ਹੋ ਜਾਂਦੀ ਹੈ। ਹੁਣ ਐਸਾ ਭੋਜਨ ਜੇ ਪਤਾ ਹੈ ਕਿ ਇਹ ਜੇਕਰ ਮੈਂ ਭੋਜਨ ਖਾਵਾਂਗਾ, ਇਹ ਦਾਲ ਖਾਵਾਂਗਾ ਜਾਂ ਇਹ ਸਬਜ਼ੀ ਖਾਵਾਂਗਾ ਜਾਂ ਆ ਸਪਾਈਸੀ ਕੋਈ ਭੋਜਨ ਖਾਵਾਂਗਾ, ਮੇਰੇ ਅੰਦਰ ਐਸਿਡਿਟੀ ਹੋਏਗੀ, ਗੈਸ ਹੋਏਗੀ, ਉਹ ਨਹੀਂ ਖਾਏਗਾ, ਛੱਡ ਦੇਗਾ। ਕਿਉਂਕਿ ਉਹਨੂੰ ਪਤਾ ਹੈ ਕਿ ਮੈਨੂੰ ਹੀ ਰੋਗ ਹੋਏਗਾ, ਮੈਂ ਆਪ ਹੀ ਤੰਗ ਹੋਵਾਂਗਾ, ਮੈਂ ਆਪ ਹੀ ਅਨਕੰਫਰਟੇਬਲ ਮਹਿਸੂਸ ਕਰਾਂਗਾ ਇਹ ਭੋਜਨ ਖਾ ਕੇ। ਤੇ ਜਦੋਂ ਆਤਮਿਕ ਜੀਵਨ ਦੀ, ਆਤਮਾ ਦੀ ਖੁਰਾਕ ਦੀ ਗੱਲ ਕਰੀਏ ਤੇ ਸਤਿਗੁਰੂ ਜੀ ਕਹਿੰਦੇ ਭਲਿਆ ਆ ਜਿਹੜੀ ਉੱਪਰ ਖੁਰਾਕ ਤੈਨੂੰ ਗਣਾਈ ਹੈ ਨਾ, ਸਭ ਰਸ ਮਿੱਠੇ ਮੰਨਿਆ ਸੁਣਿਆ ਸਾ ਲੂਣੇ, ਖੱਟ ਤੁਰਸੀ ਮੁਖ ਬੋਲਣਾ, ਮਾਰਨ ਨਾਦ ਕੀਏ, ਇਹ ਤੂੰ ਛਕ ਕਿ ਬਿਨਾਂ ਕਿਸੇ ਭੁਲੇਖੇ ਤੋਂ, ਬਿਨਾਂ ਕਿਸੇ ਡਾਊਟ ਤੋਂ ਇਸ ਖੁਰਾਕ ਨੂੰ ਤੂੰ ਖਾ। ਪਰ ਹੋਰ ਖਾਣਾ ਖੁਸ਼ੀ ਖੁਆਰ, ਦੂਜੀ ਖੁਰਾਕ ਕਿਹੜੀ? ਉਹਦਾ ਜ਼ਿਕਰ ਸਤਿਗੁਰਾਂ ਨੇ ਬਾਣੀ ਦੇ ਵਿੱਚ ਬੜਾ ਪਿਆਰਾ ਕੀਤਾ। ਪਤਾ ਕੀ ਕਹਿੰਦੇ? ਉਹ ਖੁਰਾਕ ਪਤਾ ਕਿਹੜੀ ਹੈ? ਕਹਿੰਦੇ ਰੇ ਮੂੜੇ ਲਾਹੇ ਕਉ ਤੂੰ ਢੀਲਾ ਢੀਲਾ, ਟੋਟੇ ਕਉ ਬੇਗ ਧਾਇਆ, ਸਸਤ ਵਖਰ ਤੂੰ ਘਿਨੈ ਨਾਹੀ, ਪਾਪੀ ਬਾਧਾ ਰੇ ਨਾਇਆ, ਸਤਿਗੁਰ ਤੇਰੀ ਆਸਾਇਆ, ਪਤਿਤ ਪਾਵਨ ਤੇਰੋ ਨਾਮ ਪਾਰ ਬ੍ਰਹਮ ਮੈਂ ਇਹਾ ਓਟਾਇਆ। ਹੁਣ ਅੱਗੇ ਸੁਣਿਓ, ਹੋਰ ਖਾਣਾ ਖੁਸ਼ੀ ਖੁਆਰ ਕੀ ਹੈ? ਸਤਿਗੁਰੂ ਜੀ ਕਹਿੰਦੇ ਗੰਧਨ ਵੈਣ ਸੁਣੈ ਉਰਝਾਵੇਂ। ਗੰਧਨ ਵੈਣ ਦਾ ਮਤਲਬ ਹੈ ਜੀ ਉਹ ਗੀਤ, ਉਹ ਗੱਲਾਂ ਜਿਹੜੀਆਂ ਗੰਧਨ ਨੇ। ਗੰਧਨ ਦਾ ਮਤਲਬ ਗੰਦੀਆਂ, ਬੈਡ, ਜਿਨ੍ਹਾਂ ਦੇ ਨਾਲ ਸੁਣ ਕੇ ਮਨ ਦੇ ਵਿੱਚ ਵਿਕਾਰ ਪੈਦਾ ਹੁੰਦੇ ਨੇ, ਕਿਸੇ ਦੀ ਨਿੰਦਿਆ, ਕਿਸੇ ਦੀ ਚੁਗਲੀ, ਇਹ ਗੰਧਨ ਵੈਣ ਨੇ। ਗੰਧਨ ਵੈਣ ਸੁਣੈ ਉਰਝਾਵੇਂ, ਨਾਮ ਲੈਤ ਅਲਕਾਇਆ। ਸਤਿਗੁਰੂ ਜੀ ਕਹਿੰਦੇ ਤੇਰੀ ਹਾਲਤ ਐਸੀ ਹੋਈ ਪਈ। ਅੱਗੇ ਬਚਨ ਪੜਿਓ ਕਿਤੇ ਜਾ ਕੇ, ਕਹਿੰਦੇ ਨਿੰਦ ਚਿੰਦ, ਨਿੰਦਿਆ ਤੇ ਚਿੰਦਿਆ, ਨਿੰਦਾ ਤੇ ਚੁਗਲੀ ਕਰਦੇ ਹੋਇਆ ਬਹੁਤ ਉਮਾਹਿਓ, ਬੜਾ ਚਾਅ ਚੜਦਾ ਹੈ ਤੈਨੂੰ, ਸਤ ਸੁਣਤ ਸੁਹਾਇਆ, ਬੂਝੀ ਉਲਟਾਇਆ। ਕਹਿੰਦੇ ਤੂੰ ਉਲਟੇ ਪਾਸੇ ਚੱਲਦਾ ਪਿਆ ਹੈ, ਉਹ ਖੁਰਾਕ ਨਹੀਂ ਖਾਂਦਾ ਪਿਆ ਜਿਸ ਨੂੰ ਖਾਣ ਤੋਂ ਬਾਅਦ ਤੇਰੀ ਭੁੱਖ ਮਿਟ ਜਾਏ। ਕਰ ਕੀ ਰਿਹਾ ਹੈ? ਇਹ ਤੋਂ ਅੱਗੇ ਬਚਨ ਪਤਾ ਕੀ ਕਹਿੰਦੇ ਸਤਿਗੁਰੂ ਜੀ? ਕਹਿੰਦੇ ਪਰ ਧਨ, ਪਰ ਤਨ, ਪਰ ਤੀ ਨਿੰਦਾ, ਅਖਾਦ ਖਾਹੇ ਹਰਕਾਇਆ। ਕਹਿੰਦੇ ਤੂੰ ਹਲਕ ਗਿਆ ਹੈ। ਹਲਕ ਗਿਆ ਮਤਲਬ ਕਹਿੰਦੇ ਨੇ ਕੁੱਤਾ
ਉਹਨੂੰ ਹਲਕਾ ਹੋ ਗਿਆ, ਰੇਬੀਜ਼ ਕੁੱਤੇ ਨੂੰ ਹਲਕਾ ਹੋ ਗਿਆ। ਸਤਿਗੁਰੂ ਜੀ ਕਹਿੰਦੇ ਤੂੰ ਖੁਰਾਕ ਉਹ ਖਾ ਲਈ ਜਿਸ ਖੁਰਾਕ ਨੂੰ ਖਾਣ ਤੋਂ ਬਾਅਦ ਤੂੰ ਵੀ ਹਲਕ ਗਿਆ ਹੈ। ਤੈਨੂੰ ਵੀ ਹੁਣ ਸਮਝ ਨਹੀਂ ਪੈ ਰਹੀ ਕਿ ਮੈਂ ਕਹਿਣਾ ਕੀ ਹੈ, ਖਾਣਾ ਕੀ ਹੈ, ਮੈਂ ਕਿਹਦੇ ਨਾਲ ਕੀ ਕਰਦਾ ਪਿਆ, ਮੈਨੂੰ ਕੁਛ ਪਤਾ ਨਹੀਂ ਲੱਗਦਾ ਪਿਆ। ਲਾਲਚ ਦੇ ਵਿੱਚ, ਮਾਇਆ ਦੇ ਵਿੱਚ ਫਸ ਕੇ ਮੈਂ ਉਹ ਕੁਝ ਕਰ ਰਿਹਾ, ਉਹ ਕੁਝ ਖਾ ਰਿਹਾ ਜੋ ਮੈਨੂੰ ਨਹੀਂ ਸੀ ਖਾਣਾ ਚਾਹੀਦਾ ਤੇ ਨਹੀਂ ਸੀ ਕਰਨਾ ਚਾਹੀਦਾ। ਗੁਰੂ ਅਰਜਨ ਸਾਹਿਬ ਕਹਿੰਦੇ ਅਕਰਨੰ ਕ੍ਰੋਧ, ਉਹ ਕੰਮ ਕਰਦਾ ਪਿਆ ਹੈ ਜਿਹੜੇ ਤੈਨੂੰ ਨਹੀਂ ਸੀ ਕਰਨੇ ਚਾਹੀਦੇ। ਅਕਰਨੰ ਕ੍ਰੋਧ ਅਖਾਦ ਖਾਦਿਅੰ ਅਸਾਜਿਅੰ ਸਾਜ ਸਮਝਿਆ, ਅਖਾਦਿਅੰ ਖਾਦ ਸਮਝਿਆ, ਉਹ ਖਾਂਦਾ ਪਿਆ ਜੇ ਤੂੰ ਜੋ ਤੈਨੂੰ ਨਹੀਂ ਸੀ ਖਾਣਾ ਚਾਹੀਦਾ। ਸਰੀਰਕ ਤੌਰ ਤੇ ਜੇਕਰ ਐਸੀ ਖੁਰਾਕ ਖਾਵਾਂਗੇ ਜਿਹੜੀ ਸਰੀਰ ਵਾਸਤੇ ਨੁਕਸਾਨਦਾਇਕ ਹੈ ਤੇ ਜ਼ਰੂਰ ਹੀ ਸਾਡੇ ਸਰੀਰ ਦਾ ਨੁਕਸਾਨ ਹੋਏਗਾ। ਆਤਮਿਕ ਤੌਰ ਤੇ ਜੇਕਰ ਉਹ ਖੁਰਾਕ ਖਾਵਾਂਗੇ ਜਿਸ ਨੂੰ ਖਾਣ ਤੋਂ ਬਾਅਦ ਆਤਮਾ ਮਲੀਨ ਹੋਏਗੀ ਤੇ ਜ਼ਰੂਰ ਹੀ ਐਸਾ ਹੋਏਗਾ। ਤੇ ਜੇਕਰ ਮੈਂ ਚਾਹੁੰਨਾ ਕਿ ਮੈਂ ਸਰੀਰਕ ਤੌਰ ਤੇ ਵੀ ਅਰੋਗ ਰਵਾਂ, ਆਤਮਿਕ ਤੌਰ ਤੇ ਵੀ ਅਰੋਗ ਰਵਾਂ ਤੇ ਮੇਰੇ ਅੰਦਰ ਰੱਬ ਪ੍ਰਗਟ ਹੋ ਜਾਏ, ਤੇ ਸਤਿਗੁਰੂ ਜੀ ਕਹਿੰਦੇ ਫਿਰ ਇਸ ਮੈਥਡ ਨੂੰ ਅਪਣਾ ਲਾ। ਕਿਹੜਾ ਮੈਥਡ? ਉਹ ਕੰਮ ਕਰ ਜਿਹੜਾ ਕਰਨਾ ਚਾਹੀਦਾ ਹੈ, ਉਹ ਖੁਰਾਕ ਖਾ ਜਿਹੜੀ ਖਾਣੀ ਚਾਹੀਦੀ ਹੈ। ਨਿੰਦਾ, ਚਿੰਦਾ, ਚੁਗਲੀ, ਈਰਖਾ, ਦੁਐਸ਼, ਇਹ ਸਭ ਕੁਝ ਛੱਡ ਦੇ। ਕਹਿੰਦੇ ਇਹ ਅਖਾਦ ਹੈ, ਇਹਨੂੰ ਨਹੀਂ ਖਾਣਾ, ਇਹਨੂੰ ਨਹੀਂ ਵਰਤਣਾ, ਇਹਨੂੰ ਆਪਣੇ ਜੀਵਨ ਦੇ ਵਿੱਚ ਨਹੀਂ ਲੈ ਕੇ ਆਉਣਾ, ਇਹਨੂੰ ਛੱਡ ਦੇ। ਤੇ ਜਿਸ ਦਿਨ ਤੂੰ ਛੱਡ ਦਿੱਤਾ ਫਿਰ ਕੀ ਹੋਏਗਾ? ਜਿਹ ਮਾਇਆ ਮਮਤਾ ਤਜੀ, ਫਿਰ ਤੂੰ ਇਸ ਕੈਟੇਗਰੀ ਦੇ ਵਿੱਚ ਆ ਜਾਏਗਾ। ਜਿਹ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ, ਕਹੋ ਨਾਨਕ ਸੁਨ ਰੇ ਮਨਾ, ਤਿਹ ਘਟ ਬ੍ਰਹਮ ਨਿਵਾਸ। ਕੱਲਾ ਮਾਇਆ ਦਾ ਤਿਆਗੀ ਹੋਣਾ ਕਾਫੀ ਨਹੀਂ, ਜਦੋਂ ਤੱਕ ਮਾਇਆ ਤੋਂ ਡਿਟੈਚ ਨਹੀਂ ਹੋਇਆ ਜਾਂਦਾ, ਜਦੋਂ ਤੱਕ ਇਹਨਾਂ ਵਿਕਾਰਾਂ ਤੋਂ ਡਿਟੈਚ ਨਹੀਂ ਹੋਇਆ ਜਾਂਦਾ, ਉਦੋਂ ਤੱਕ ਅੰਦਰ ਕੁਝ ਕਹਾਣੀ ਬਣਨ ਵਾਲੀ ਨਹੀਂ। ਜਿਸ ਦਿਨ ਡਿਟੈਚ ਹੋ ਗਏ, ਗੁਰੂ ਤੇਗ ਬਹਾਦਰ ਮਹਾਰਾਜ ਗਰੰਟੀ ਦਿੰਦੇ ਪਏ ਨੇ, ਕਹਿੰਦੇ ਫਿਰ ਤਿਹ ਘਟ ਬ੍ਰਹਮ ਨਿਵਾਸ, ਤੇਰੇ ਅੰਦਰ ਰੱਬ ਵਸ ਜਾਏਗਾ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕੀਤਾ ਹੋਇਆ ਪਾਵਨ ਸ਼ਲੋਕ ਜਿਹੜਾ ਹੈ ਉਹ ਸਾਡੀ ਸਮਝ ਦੇ ਵਿੱਚ ਚੰਗੀ ਤਰ੍ਹਾਂ ਆ ਜਾਏ, ਤਾਂ ਕਿ ਇਸ ਪਾਵਨ ਉਪਦੇਸ਼ ਨੂੰ ਜੀਵਨ ਵਿੱਚ ਕਮਾ ਕੇ ਆਪਾਂ ਆਤਮਿਕ ਤੌਰ ਤੇ ਸਫਲ ਹੋ ਸਕੀਏ ਜੀ। ਹੋਈਆਂ ਭੁੱਲਾਂ ਦੀ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।